ਅਜਿਹੇ 'ਚ ਕਾਫੀ ਅਹਿਮ ਇਹ ਮੀਟਿੰਗ ਹੈ। ਕਿੰਨੀਆਂ ਮੰਗਾਂ ਮੰਨੀਆਂ ਜਾਂਦੀਆਂ ਨੇ, ਕਿੰਨੀਆਂ ਮੰਗਾਂ ਨੂੰ ਲੈ ਕੇ ਨੋਟੀਫਿਕੇਸ਼ਨ ਸਰਕਾਰ ਅੱਜ ਦੇ ਅੱਜ ਜਾਰੀ ਕਰੇਗੀ ਜਾਂ ਕੀ ਕੋਈ ਸਰਕਾਰ ਦਾ ਰੁਖ ਰਹੇਗਾ, ਇਹ ਕਾਫੀ ਅਹਿਮ ਹੈ। ਕਿਉਂਕਿ ਦੋ ਮੰਗਾਂ ਤਾਂ ਅਜਿਹੀਆਂ ਨੇ ਜਿਸ ਤੇ ਜ਼ਿਕਰ ਹੋ ਰਿਹਾ ਹੈ ਕਿ ਅੱਜ ਹੀ ਨੋਟੀਫਿਕੇਸ਼ਨ ਜਾਰੀ ਕਰੋ ਤਾਂ ਹੀ ਅਸੀਂ ਅੰਦੋਲਨ ਜਿਹੜਾ ਵਾ ਉਹ ਚੁੱਕਾਂਗੇ। ਉਸ ਗੱਲ ਨੂੰ ਲੈ ਕੇ ਸਰਕਾਰ ਕਿੰਨਾ ਕੁ ਜਾਇਜ਼ ਠਹਿਰਾਂਦੀ ਹੈ ਕਿ ਨੋਟੀਫਿਕੇਸ਼ਨ ਜਾਰੀ ਕਰੇਗੀ, ਮੂੰਗ ਦੀ ਦਾਲ ਨੂੰ ਲੈ ਕੇ ਹੋਵੇ ਚਾਹੇ ਦੂਸਰੀ ਮੰਗ ਨੂੰ ਲੈ ਕੇ ਹੋਵੇ। ਤਾਂ ਕਾਫੀ ਅਹਿਮ ਮੀਟਿੰਗ ਜਿਹੜੀ ਉਹ ਇਸ ਵੇਲੇ ਚੱਲ ਰਹੀ ਹੈ ਮੁੱਖ ਮੰਤਰੀ ਦੇ ਨਾਲ ਕਿਸਾਨਾਂ ਦੀ, ਔਰ ਇਸ ਮੀਟਿੰਗ ਤੋਂ ਬਾਅਦ ਅੰਦੋਲਨ ਦੀ ਤਸਵੀਰ ਸਾਫ਼ ਹੋਏਗੀ। ਇਸ ਮੀਟਿੰਗ ਤੋਂ ਬਾਅਦ ਅੰਦੋਲਨ ਖਤਮ ਕਰਨਾ ਹੈ, ਅੰਦੋਲਨ ਇਸੇ ਤਰੀਕੇ ਨਾਲ ਜਾਰੀ ਰਹੇਗਾ ਕਿਉਂਕਿ ਅੱਜ ਸਿੱਧੇ ਤੌਰ ਤੇ ਮੁੱਖ ਮੰਤਰੀ ਦੇ ਨਾਲ ਮੀਟਿੰਗ ਹੈ। ਕਿਉਂਕਿ ਕੱਲ ਜਦੋਂ ਕਿਸਾਨਾਂ ਦੀ ਮੁੱਖ ਮੰਤਰੀ ਦੇ ਅਧਿਕਾਰੀਆਂ ਨਾਲ ਮੀਟਿੰਗ ਹੋਣੀ ਸੀ ਤਾਂ ਉਹ ਮਨਾ ਕਰ ਦਿੱਤਾ ਗਿਆ। ਕਿਸਾਨਾਂ ਦਾ ਕਹਿਣਾ ਸੀਗਾ ਕਿ ਅਸੀਂ ਸਰਕਾਰ ਦੇ ਕਿਸੇ ਅਧਿਕਾਰੀ ਨਾਲ ਗੱਲਬਾਤ ਨਹੀਂ ਕਰਨੀ, ਅਸੀਂ ਮੁੱਖ ਮੰਤਰੀ ਨਾਲ ਕਰਾਂਗੇ। ਤਾਂ ਸਰਕਾਰ ਦੀ ਜਿਹੜੀ ਮੰਗ ਹੈ, ਕਿਸਾਨਾਂ ਦੀ ਜਿਹੜੀ ਮੰਗ ਹੈ ਕਿ ਕਣਕ ਦੇ ਘੱਟ ਝਾੜ ਕਰਕੇ ਪੰਜਾਬ ਸਰਕਾਰ 500 ਰੁਪਏ ਦਾ ਬੋਨਸ ਜਾਰੀ ਕਰੇ। ਤਾਂ ਕੀ ਸਰਕਾਰ 500 ਰੁਪਏ ਦਾ ਬੋਨਸ ਜਾਰੀ ਕਰਨ ਜਾ ਰਹੀ ਹੈ ਜਾਂ ਇਸ ਮੰਗ ਨੂੰ ਕਿਸ ਤਰੀਕੇ ਨਾਲ ਦੇਖਦੀ ਹੈ? ਦੂਸਰੀ ਮੰਗ ਹੈ ਚਿਪ ਵਾਲੇ ਮੀਟਰ, ਜਿਸ ਨੂੰ ਸਮਾਰਟ ਮੀਟਰ ਕਿਹਾ ਜਾਂਦਾ ਹੈ, ਕਿ ਉਹ ਸਰਕਾਰ ਲਗਾਉਣਾ ਬੰਦ ਕਰੇਗੀ ਜਾਂ ਉਹ ਮੀਟਰ ਉਸੇ ਤਰੀਕੇ ਨਾਲ ਲੱਗਣਗੇ, ਕਿਸਾਨ ਮੰਨ ਜਾਣਗੇ। ਇਹ ਅੱਜ ਦੀ ਮੀਟਿੰਗ 'ਚ ਤੈਅ ਹੋਏਗਾ। ਕਿਸਾਨਾਂ ਨਾਲ ਮੀਟਿੰਗ ਵਿੱਚ ਕੀਤੇ ਗਏ ਵਾਅਦੇ ਅਨੁਸਾਰ ਮੂੰਗੀ ਅਤੇ MSP ਦੇ ਖਰੀਦਣ ਦਾ ਨੋਟੀਫਿਕੇਸ਼ਨ ਸਰਕਾਰ ਜਾਰੀ ਕਰ ਸਕਦੀ ਹੈ। ਇਸ ਤਰੀਕੇ ਦੀਆਂ ਚਰਚਾਵਾਂ ਨੇ। ਤੀਸਰੀ ਮੰਗ ਨੂੰ ਲੈ ਕੇ ਸਰਕਾਰ ਜਿਹੜਾ ਉਹ ਫੈਸਲਾ ਲੈ ਸਕਦੀ ਹੈ ਕਿਉਂਕਿ ਮੂੰਗੀ ਤੇ ਮੱਕੀ ਬੀਜਣ ਨੂੰ ਲੈ ਕੇ ਮੁੱਖ ਮੰਤਰੀ ਆਪ ਕਿਸਾਨਾਂ ਨੂੰ ਹੱਲਾਸ਼ੇਰੀ ਦੇ ਰਹੇ ਨੇ। ਬਾਸਮਤੀ ਦਾ ਭਾਅ 4500 ਰੁਪਏ ਦਾ ਐਲਾਨ ਕਰੋ ਤੇ ਖਰੀਦ ਦਾ ਨੋਟੀਫਿਕੇਸ਼ਨ ਜਾਰੀ ਕਰੋ, ਇਹ ਚੌਥੀ ਮੰਗ ਹੈ। ਤਾਂ ਬਾਸਮਤੀ ਦੇ ਭਾਅ ਨੂੰ ਲੈ ਕੇ ਸਰਕਾਰ ਕੀ ਰੇਟ ਰੱਖਦੀ ਹੈ, ਕੀ ਨੋਟੀਫਿਕੇਸ਼ਨ ਜਾਰੀ ਕਰਦੀ ਹੈ, ਇਹ ਕਾਫੀ ਅਹਿਮ ਹੈ। BBMP ਦਾ ਮੁੱਦਾ ਕਿਉਂਕਿ ਕੇਂਦਰ ਸਰਕਾਰ ਦੇ ਨਾਲ ਹੈ। ਆਮ ਆਦਮੀ ਪਾਰਟੀ ਚੋਣਾਂ ਤੋਂ ਪਹਿਲਾਂ ਵੀ ਇਸੇ ਇਤਰਾਜ਼ ਜ਼ਾਹਰ ਕਰਦੀ ਰਹੀ ਔਰ ਕੱਲ ਵੀ ਮੁੱਖ ਮੰਤਰੀ ਨੇ ਕਿਹਾ ਸੀ BBMP ਦੇ ਮੁੱਦੇ ਤੇ ਮੈਂ ਲੋਕ ਸਭਾ 'ਚ ਬੋਲਦਾ ਰਿਹਾ। ਤਾਂ BBMP ਦੇ ਮੁੱਦੇ ਤੇ ਕੀ ਅੱਜ ਸੈਂਟਰ ਨੂੰ ਚਿੱਠੀ ਲਿਖਣਗੇ ਮੁੱਖ ਮੰਤਰੀ, ਦੁਬਾਰਾ ਚਿੱਠੀ ਲਿਖਣਗੇ BBMP ਦੇ ਮੁੱਦੇ ਤੇ ਕਿ ਹੋਮ ਮਿਨਿਸਟਰ ਨੂੰ ਚਿੱਠੀ ਲਿਖੀ ਜਾਏਗੀ? ਇਸ ਮੀਟਿੰਗ ਤੋਂ ਬਾਅਦ ਪਿਕਚਰ ਸਾਫ਼ ਹੋਏਗੀ। ਕੇਂਦਰੀ ਪੂਲ 'ਚੋਂ ਮਿਲਦੀ ਬਿਜਲੀ ਪਹਿਲਾਂ ਦੀ ਤਰ੍ਹਾਂ ਪੰਜਾਬ ਸਰਕਾਰ ਬਹਾਲ ਕਰਵਾਏ, ਇਹ ਵੀ ਕੇਂਦਰ ਦੇ ਨਾਲ ਮਸਲਾ ਹੈ ਕਿਉਂਕਿ ਕੇਂਦਰ ਸਰਕਾਰ ਤੋਂ ਜਿਹੜੀ ਬਿਜਲੀ ਜਦੋਂ ਲੋਡ ਵੱਧ ਜਾਂਦਾ ਹੈ, ਜਦੋਂ ਡਿਮਾਂਡ ਜ਼ਿਆਦਾ ਵੱਧ ਜਾਂਦੀ ਹੈ ਤਾਂ ਪੂਲ ਤੋਂ ਬਿਜਲੀ ਲੈਣੀ ਪੈਂਦੀ। ਲੇਕਿਨ ਕੇਂਦਰ ਸਰਕਾਰ ਦਾ ਇਹ ਤਰਕ ਸੀਗਾ ਕਿ ਅਸੀਂ ਪੂਲ 'ਚ ਪੂਰੇ ਸੂਬਿਆਂ ਨੂੰ ਬਿਜਲੀ ਦੇਣੀ ਹੈ, ਅਸੀਂ ਨਹੀਂ ਦੇ ਸਕਦੇ। ਤਾਂ ਐਕਸਚੇਂਜ ਸੀਗਾ, ਦੂਜੇ ਸੂਬਿਆਂ ਤੋਂ ਐਕਸਚੇਂਜ ਕਰਕੇ ਬਿਜਲੀ, ਸਸਤੀ ਬਿਜਲੀ ਪੰਜਾਬ ਸਰਕਾਰ ਨੂੰ ਪਿਛਲੇ ਦਿਨਾਂ 'ਚੋਂ ਮਿਲੀ ਸੀ। ਦੂਸਰਾ ਪੰਜਾਬ ਸਰਕਾਰ ਦਾ ਤਰਕ ਸੀਗਾ ਕਿ ਅਸੀਂ ਝਾਰਖੰਡ 'ਚ ਜਿਹੜਾ ਕੋਲਾ ਵਾ ਉਹ ਵੀ ਲਿਆਉਣਾ ਸ਼ੁਰੂ ਕਰ ਰਹੇ ਹਾਂ। ਉਹ ਵੀ ਸਾਡੀ ਸੁਪਰੀਮ ਕੋਰਟ ਨੇ ਸਾਡੇ ਪੱਖ 'ਚ ਫੈਸਲਾ ਸੁਣਾਇਆ। ਝੋਨੇ ਦੀ ਲਵਾਈ ਦੇ ਲਈ 10 ਜੂਨ ਤੋਂ ਬਿਜਲੀ ਅਤੇ ਕਿਸਾਨਾਂ ਨੂੰ ਨਹਿਰੀ ਪਾਣੀ, ਇਸ ਮੰਗ ਨੂੰ ਲੈ ਕੇ ਸਰਕਾਰ ਜਿਹੜੀ ਕਿੰਨਾ ਕੁ ਮੰਨਦੀ ਹੈ, ਕਿਵੇਂ ਮੰਨਦੀ ਹੈ, ਇਹ ਕਾਫੀ ਅਹਿਮ ਰਹਿਣ ਵਾਲਾ ਹੈ। ਫੈਸਲੇ ਤੇ ਵੀ ਮੰਗ ਜਿਹੜੀ ਉਹ ਮੰਨੀ ਜਾ ਸਕਦੀ ਹੈ। ਖੇਤੀ ਮੋਟਰਾਂ ਦਾ ਲੋਡ ਵਧਾਉਣ ਦੇ ਲਈ 4800 ਤੋਂ ਫੀਸ ਘਟਾ ਕੇ 1200 ਕੀਤੀ ਜਾਵੇ। ਇਹ ਕਿੱਥੇ ਆ ਕੇ ਗੱਲ ਬਣਦੀ ਹੈ? ਜਦੋਂ ਨੈਗੋਸੀਏਸ਼ਨ ਹੁੰਦੀ ਹੈ ਤਾਂ ਉੱਤੇ ਥੱਲੇ ਗੱਲਬਾਤ ਚੱਲਦੀ ਹੈ। ਤਾਂ ਇਹ ਵੀ ਇਸ ਵੇਲੇ ਮੁੱਖ ਮੰਤਰੀ ਪੂਰੀ ਤਿਆਰੀ ਕਰਕੇ ਆਏ ਨੇ, ਅਧਿਕਾਰੀਆਂ ਦੇ ਨਾਲ ਪਹਿਲਾਂ ਹੀ ਗੱਲਬਾਤ ਕਰ ਚੁੱਕੇ ਨੇ। ਇੱਥੇ ਕਿੱਥੇ ਸਹਿਮਤੀ ਬਣਦੀ ਹੈ ਦੇਖਣ ਵਾਲੀ ਗੱਲ ਹੋਏਗੀ। ਝੋਨੇ ਦੀ ਫਸਲ ਦਾ ਬਕਾਇਆ ਤੁਰੰਤ ਭਾਅ ਵਿੱਚ ਕਿਤੇ 35 ਰੁਪਏ ਵਾਧੇ ਨਾਲ ਵਧਾ ਦਿਓ, ਇਸ ਗੱਲ ਦਾ ਜ਼ਿਕਰ ਕਰ ਰਹੇ ਨੇ। ਤਾਂ ਇਸ ਨੂੰ ਲੈ ਕੇ ਵੀ ਸਰਕਾਰ ਦਾ ਕੀ ਰਵੱਈਆ ਰਹਿੰਦਾ ਹੈ ਕਿਉਂਕਿ ਖਜ਼ਾਨਾ ਵੀ ਦੇਖਣਾ ਹੈ ਕਿ ਕਿੰਨੇ ਖਜ਼ਾਨੇ 'ਚ ਕਿੰਨੇ ਪੈਸੇ ਪਏ ਨੇ, ਕਿੰਨਾ ਕੁ ਵਧਾਇਆ ਜਾ ਸਕਦਾ ਹੈ। ਕਰਜ਼ੇ ਕਾਰਨ ਕਿਸਾਨਾਂ ਦੇ ਵਾਰੰਟ ਤੇ ਕੁਰਕੀਆਂ ਬੰਦ ਕਰੋ, ਇਹ ਹਰਪਾਲ ਚੀਮਾ ਇਸ ਗੱਲ ਦਾ ਜ਼ਿਕਰ ਕਰ ਚੁੱਕੇ ਆ। ਪਿਛਲੇ ਦਿਨਾਂ 'ਚ ਖਬਰ ਆਈ ਸੀਗੀ ਕੁਝ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ, ਲੇਕਿਨ ਹਰਪਾਲ ਚੀਮਾ ਜੋ ਖਜ਼ਾਨਾ ਮੰਤਰੀ ਨੇ ਉਹਨਾਂ ਨੇ ਤੁਰੰਤ ਇਸ ਗੱਲ ਦਾ ਜ਼ਿਕਰ ਕੀਤਾ ਸੀਗਾ ਕਿ ਕੋਈ ਵਾਰੰਟ ਸਰਕਾਰ ਜਾਰੀ ਨਹੀਂ ਕਰੇਗੀ। ਪਿਛਲੀਆਂ ਸਰਕਾਰਾਂ ਦੇ ਵੇਲੇ ਤੋਂ ਹੈ, ਸਾਡੀ ਸਰਕਾਰ ਨਾ ਤਾਂ ਕੁਰਕੀ ਕਰੇਗੀ ਨਾ ਹੀ ਵਾਰੰਟ ਜਾਰੀ ਕਰਵਾਏਗੀ। ਬੈਂਕਾਂ ਵੱਲੋਂ ਲਏ ਗਏ 22,000 ਕੇਸ ਵਾਪਸ ਕੀਤੇ ਜਾਣ, ਇਸ ਨੂੰ ਲੈ ਕੇ ਸਰਕਾਰ ਦਾ ਕੀ ਰੁਖ ਰਹਿੰਦਾ ਹੈ? ਕਿੰਨੇ ਕੇਸ ਵਾਪਸ ਲਿੱਤੇ ਜਾਂਦੇ? ਕਿਉਂਕਿ ਆਮ ਆਦਮੀ ਪਾਰਟੀ ਚੋਣਾਂ ਤੋਂ ਪਹਿਲਾਂ ਇਹ ਦਾਅਵਾ ਕਰਦੀ ਰਹੀ ਹੈ ਕਿ ਕਿਸਾਨਾਂ ਤੇ ਪਰਚੇ ਨਹੀਂ ਹੋਣੇ ਚਾਹੀਦੇ। ਤਾਂ ਇਸ ਨੂੰ ਲੈ ਕੇ ਵੀ ਜਿਹੜੀ ਗੱਲਬਾਤ ਰਹਿਣ ਵਾਲੀ ਹੈ। ਪੰਚਾਇਤੀ ਜ਼ਮੀਨਾਂ ਦੇ ਨਾਂ ਤੇ ਆਬਦਕਾਰ ਜਿਹੜੇ ਕਿਸਾਨਾਂ ਦੀਆਂ ਜ਼ਮੀਨਾਂ ਖੋਹ ਰਹੇ ਨੇ, ਪੰਚਾਇਤੀ ਮੰਤਰੀ ਦਾ ਇਹਦੇ ਤੇ ਤਰਕ ਸੀ, ਇਹ ਸਵਾਲ ਪੁੱਛੇ ਗਏ ਸੀ, ਓਪੋਜੀਸ਼ਨ ਵੀ ਇਹ ਸਵਾਲ ਕਰ ਰਹੀ ਸੀ। ਤਾਂ ਪੰਚਾਇਤੀ ਮੰਤਰੀ ਦਾ ਕਹਿਣਾ ਸੀਗਾ ਕਿਸੇ ਦੀ ਨਜਾਇਜ਼ ਜ਼ਮੀਨ ਨਹੀਂ ਖੋਈ ਜਾ ਰਹੀ, ਤੁਸੀਂ ਦੱਸੋ ਅਗਰ ਕਿਸੇ ਨਜਾਇਜ਼ ਜ਼ਮੀਨ ਖੋਈ ਜਾ ਰਹੀ ਜਾਂ ਕੋਈ ਕਿਸਾਨ ਅਜਿਹਾ ਹੈ ਤਾਂ ਦੱਸੋ, ਅਸੀਂ ਫੈਕਟ ਦੇ ਹਿਸਾਬ ਨਾਲ ਅਸੀਂ ਜਿਹੜੀ ਜ਼ਮੀਨ ਜਿਹੜੀ ਉਹ ਲੈ ਰਹੇ ਹਾਂ ਜਿਨ੍ਹਾਂ ਤੇ ਪੰਚਾਇਤੀ ਜ਼ਮੀਨ ਤੇ ਨਜਾਇਜ਼ ਕਬਜ਼ੇ ਹੋਏ ਸੀ। ਤਾਂ ਇਸ ਤਰੀਕੇ ਨਾਲ ਗੱਲਬਾਤ ਰਹਿਣ ਵਾਲੀ ਹੈ। ਡੱਲੇਵਾਲ ਅੰਦਰ ਨੇ, ਲੱਖੋਵਾਲ ਅੰਦਰ ਨੇ, ਕਿਸਾਨਾਂ ਦੇ तमाम ਲੀਡਰ ਅੰਦਰ ਨੇ, ਉਹ ਇਸ ਵੇਲੇ ਮੁੱਖ ਮੰਤਰੀ ਨਾਲ ਮੀਟਿੰਗ ਕਰ ਰਹੇ ਨੇ। ਕੁਲਦੀਪ ਧਾਲੀਵਾਲ ਅੰਦਰ ਨੇ ਜੋ ਪੰਚਾਇਤੀ ਰਾਜ ਮੰਤਰੀ ਨੇ। ਤਾਂ ਮੀਟਿੰਗ ਇਸ ਵੇਲੇ ਚੱਲ ਰਹੀ ਹੈ ਔਰ ਮੀਟਿੰਗ ਤੋਂ ਬਾਅਦ ਰੁਖ ਜਿਹੜਾ ਉਹ ਸਾਫ਼ ਰਹਿਣ ਵਾਲਾ ਹੈ। बिल्कुल सो 3 तस्वीरें लगातार विखा रहे हैं, कैमरा 1 कैमरा 2 ते कैमरा 3 और यानी कि पंजाब भवन सरकार नाल किसानां दी मीटिंग और चंडीगढ़ मोहाली बॉर्डर तो सीधियां तस्वीरें लाइव तस्वीरें तुहानूं विखा रहे हैं। खास तौर पर जेकर इस तस्वीर की गल की जाए तो यह तस्वीर बिल्कुल दिल्ली बॉर्डर ते जो
ਸਿੰਘੂ ਬਾਰਡਰ ਗਾਜ਼ੀपुर ਬਾਰਡਰ ਤੇ ਜੋ ਧਰਨੇ ਲੱਗੇ ਸੀ ਤਾਂ ਉਸ ਮਹਿਜ਼ ਤੇ ਉਸ ਤਰਸ ਤੇ ਤਸਵੀਰ ਜਿਹੜੀ ਹੈ ਲਗਭਗ ਨਜ਼ਰ ਆ ਰਹੀ ਹੈ। ਖਾਸ ਤੌਰ ਤੇ ਇਸ ਵੇਲੇ ਕਹਿ ਸਕਦੇ ਕਿ ਅਹਿਮ ਮੀਟਿੰਗ ਔਰ ਸਭ ਦੀਆਂ ਨਜ਼ਰਾਂ ਟਿਕੀਆਂ ਨੇ। ਅਮਨ ਭਾਰਦਵਾਜ ਵੀ ਲਗਾਤਾਰ ਸਾਡੇ ਨਾਲ ਜੁੜੇ ਨੇ। ਖਾਸ ਤੌਰ ਤੇ ਜੇਕਰ ਅਮਨ ਗੱਲ ਕੀਤੀ ਜਾਵੇ ਇਸ ਮੀਟਿੰਗ ਦੀ ਤਾਂ ਕਿੰਨਾ ਕੁ ਸਮਾਂ ਇਹ ਮੀਟਿੰਗ ਚੱਲ ਸਕਦੀ ਹੈ, ਕਿਉਂਕਿ ਜੇਕਰ ਫਰਕ ਦੀ ਗੱਲ ਕੀਤੀ ਜਾਏ ਤਾਂ ਉੱਥੇ ਕੇਂਦਰ ਸਰਕਾਰ ਸੀ, ਅੱਜ ਪੰਜਾਬ ਸਰਕਾਰ ਹੈ। ਉੱਥੇ ਕਾਨੂੰਨਾਂ ਦਾ ਮਸਲਾ ਸੀ, ਵੱਡਾ ਮਸਲਾ ਸੀ। ਅੱਜ ਮੁੱਖ ਮੰਗਾਂ ਨੇ, ਹਾਲਾਂਕਿ ਕੁਝ ਮੰਗਾਂ ਪੈਸੇ ਦੇ ਨਾਲ ਜੁੜੀਆਂ ਨੇ, ਫਾਈਨੈਂਸ਼ੀਅਲ ਨੇ, ਤਾਂ ਦੂਸਰੇ ਪਾਸੇ ਕੁਝ ਮੰਗਾਂ ਜਿਹੜੀਆਂ ਨੇ ਉਹ ਭਵਿੱਖ ਦੇ ਨਾਲ ਜੁੜੀਆਂ ਨੇ, ਪਾਣੀ ਦੇ ਨਾਲ ਜੁੜੀਆਂ ਨੇ, ਬਿਜਲੀ ਦੇ ਨਾਲ ਜੁੜੀਆਂ ਨੇ। बिल्कुल बिल्कुल गुरजोत, और जिन्नियां मंगां ने वो तमाम मंगां यही किसान आगू कहते नज़र आए कि वो मुख मंत्री नाल सारियां मंगां डिस्कस कीतियां जाणगियां, ब्रीफली डिस्कस कीतियां जाणगियां कि ਕਿਹੜੀ ਮੰਗ ਦੀ ਕੀ ਜੜ ਹੈ। ਔਰ ਜਿਸ ਤਰੀਕੇ ਤੇ ਕੱਲ ਮੁੱਖ ਮੰਤਰੀ ਦਾ ਬਿਆਨ ਆਇਆ ਕਿ ਉਹ ਖੁਦ ਕਿਸਾਨ ਨੇ, ਉਹਨਾਂ ਨੇ ਖੁਦ ਕਿਸਾਨ ਦੇ ਬੇਟੇ ਨੇ, ਕਿਸਾਨੀ ਉਹਨਾਂ ਨੂੰ ਰੂਹ ਤੋਂ ਪਤਾ ਹੈ ਔਰ ਜੜ ਤੋਂ ਪਤਾ ਹੈ, ਤਾਂ ਉਸ ਦਾ ਹੱਲ ਵੀ ਉਹ ਕਰਨਾ ਜਾਣਦੇ ਨੇ। ਤਾਂ ਇਹ ਜਦੋਂ ਚਰਚਾ ਹੋਏਗੀ ਤਾਂ ਹੁਣ ਹਾਲਾਤ ਕਿਹੋ ਜਿਹੇ ਨੇ, ਉਸ ਵੇਲੇ ਕਿਵੇਂ ਦੇ ਸੀਗੇ, ਤਾਂ ਇਹ ਚਰਚਾ ਜਿਹੜੀ ਹੈ ਉਹ ਕੀਤੀ ਜਾਏਗੀ। ਔਰ ਹਰੇਕ ਕਿਉਂਕਿ 13 ਮੰਗਾਂ ਦਾ ਇੱਕ ਮੰਗ ਪੱਤਰ ਬਣਾਇਆ ਗਿਆ ਹੈ, ਕੱਲ ਦਿਨ ਹੀ ਚਰਚਾ ਦਾ ਜਿਸ ਤੇ ਚਰਚਾ ਕੀਤੀ ਜਾਣੀ ਹੈ SKM ਵੱਲੋਂ, ਤਾਂ ਉਨ 13 ਦੀ 13 ਮੰਗਾਂ ਤੇ ਬਰੀਫਲੀ ਚਰਚਾ ਕੀਤੀ ਜਾਵੇਗੀ। ਔਰ ਜਿਵੇਂ ਕੱਲ ਕਿਸਾਨ ਵੀ ਕਹਿੰਦੇ ਨਜ਼ਰ ਆਏ ਕਿ ਇੰਨਾ ਤਾਂ ਕਿਸਾਨਾਂ ਨੂੰ ਵੀ ਪਤਾ ਹੈ ਕਿ ਕੁਝ ਮੰਗਾਂ ਜਿਹੜੀਆਂ ਨੇ ਉਹ ਕੇਂਦਰ ਅਧੀਨ ਨੇ, ਜਿਵੇਂ BBMB ਦਾ ਮਸਲਾ ਹੈ, ਇੱਕ ਵਰਨਮਾਲਾ ਦੇ ਤਹਿਤ ਜਿਹੜਾ ਹਾਈਵੇ ਬਣਨਾ ਹੈ, ਤਾਂ ਉਹ 13ਵੀਂ ਮੰਗ ਹੈਗੀ ਹੈ ਜੋ ਕਿ ਮੰਗ ਪੱਤਰ ਸੌਂਪਿਆ ਜਾਣਾ ਹੈ। ਤਾਂ ਉਹ ਮੰਗਾਂ ਜਿਹੜੀਆਂ ਨੇ ਉਹ ਕੇਂਦਰ ਦੇ ਅਧੀਨ ਹੈ। ਤਾਂ ਕੇਂਦਰ ਉਸ ਤੇ ਸਰਕਾਰ, ਪੰਜਾਬ ਸਰਕਾਰ ਕਿਸ ਤਰੀਕੇ ਦੀ ਆਪਣਾ ਰੁਖ ਰੱਖਦੀ ਹੈ, ਪੰਜਾਬ ਸਰਕਾਰ ਲਿਖਦੀ ਹੈ, ਕਿੰਨੀ ਸਿੰਸੀਅਰਿਟੀ ਇਸ ਤੇ ਦਿਖਾਉਂਦੀ ਹੈ, ਉਹ ਲਾਜ਼ਮੀ ਤੌਰ ਤੇ ਕਿਸਾਨ ਉਸ ਤੇ ਆਪਣੀ ਮੰਗ ਜਿਹੜੀ ਹੈ ਉਹ ਰੱਖਣਗੇ। ਔਰ ਜਿਹੜੀਆਂ ਮੰਗਾਂ ਨੂੰ, ਜਿਵੇਂ ਜਿਨ੍ਹਾਂ ਦਾ ਨੋਟੀਫਿਕੇਸ਼ਨ ਜਾਰੀ ਹੋਣਾ ਹੈ ਉਹ ਜਲਦ ਜਾਰੀ ਕੀਤਾ ਜਾਵੇ, ਪਰ ਜਿਨ੍ਹਾਂ ਨੂੰ ਟਾਈਮ ਲੱਗਣਾ ਉਹ ਟਾਈਮ ਬਾਉਂਡ ਸਰਕਾਰ ਕਰੇਗੀ, ਕਿੰਨੇ ਟਾਈਮ 'ਚ ਪੂਰਾ ਕੀਤਾ ਜਾਏਗਾ। ਔਰ ਇੱਕ ਕਿਸਾਨ ਆਗੂ, ਚਾਹੇ ਉਹ ਬਲਦੇਵ ਸਿਰਸਾ ਸੀਗੇ, ਡੱਲੇਵਾਲ ਸੀ ਜਾਂ ਲੱਖੋਵਾਲ ਸੀ, ਉਹ ਇੱਕ ਗੱਲ ਸਾਫ਼ ਤੌਰ ਤੇ ਕਹਿੰਦੇ ਨਜ਼ਰ ਆਏ ਕਿ ਇਹ ਮੰਗਾਂ ਜਿਹੜੀਆਂ ਹੈ ਜਦੋਂ ਤੱਕ ਮੰਨੀਆਂ ਨਹੀਂ ਜਾਂਦੀਆਂ ਉਦੋਂ ਤੱਕ ਮੋਰਚਾ ਚੁੱਕਣ ਦੇ ਹਲੇ ਕੋਈ ਫੈਸਲਾ ਨਹੀਂ ਹੈ। ਪਹਿਲਾਂ ਮੁੱਖ ਮੰਤਰੀ ਦੇ ਨਾਲ ਮੁਲਾਕਾਤ ਕੀਤੀ ਜਾਵੇਗੀ, ਉਸ ਤੋਂ ਬਾਅਦ ਮੋਰਚਾ ਚੱਕਿਆ ਜਾਣਾ ਜਾਂ ਨਹੀਂ ਉਸ ਤੇ ਫੈਸਲਾ ਹੋਏਗਾ, ਕਿਉਂਕਿ ਇਹ ਪੱਕਾ ਮੋਰਚਾ ਹੈ। ਔਰ ਬਾਰ-ਬਾਰ ਕਿਸਾਨਾਂ ਨੂੰ ਹੁਣ ਅੱਜ ਵੀ ਇਹ ਕਾਲ ਕਿਸਾਨ ਆਗੂਆਂ ਵੱਲੋਂ ਦਿੱਤੀ ਗਈ ਕਿ ਕਿਸਾਨ ਹੋਰ ਪਹੁੰਚਣ, ਤਾਂ ਇਸ ਤੇ ਇੱਕ ਜ਼ਰੂਰ ਇਹ ਦਰਸਾਉਂਦਾ ਕਿ ਕਿਸਾਨ ਹਲੇ ਉੱਠਣੇ ਦੇ ਮੋੜ 'ਚ ਨਹੀਂ ਨੇ। ਔਰ ਜੇਕਰ ਆਪਣੀ ਮੰਗਾਂ ਨਹੀਂ ਮਨਵਾਇਆ ਤਾਂ ਦੁਬਾਰਾ ਤੋਂ ਇਸ ਤਰੀਕੇ ਦਾ ਕਿਸਾਨਾਂ ਵੱਲੋਂ ਇਸਟੈਬਲਿਸ਼ ਕਰਨਾ ਧਰਨਾ ਜਾਂ ਸਰਕਾਰ ਤੇ ਪ੍ਰੈਸ਼ਰ ਬਣਾਉਣਾ ਪੋਸੀਬਲ ਨਹੀਂ ਹੋਏਗਾ ਕਿ ਹਰ ਦੂਸਰੇ ਦਿਨ ਉੱਠ ਕੇ ਤੁਸੀਂ ਕੋਈ ਨਾ ਕੋਈ ਕਾਲ ਦੇਵੋ। ਔਰ ਇਹੀ ਗੱਲ ਮੁੱਖ ਮੰਤਰੀ ਨੇ ਵੀ ਕਹੀ ਕਿ 2 ਮਹੀਨੇ ਬਾਅਦ ਉੱਠ ਕੇ ਮੁਰਦਾਬਾਦ ਕਰਨ ਦਾ ਟ੍ਰੈਂਡ ਜਿਹੜਾ ਹੈ ਉਹ ਖਤਮ ਹੋਣਾ ਚਾਹੀਦਾ ਇੱਕ ਤਰੀਕੇ ਤੇ, ਕਿ ਉਹ ਖੁਦ ਗੰਭੀਰ ਨੇ 1 ਸਾਲ ਦਾ ਘੱਟ ਤੋਂ ਘੱਟ ਸਮਾਂ ਦੇਣਾ ਚਾਹੀਦਾ ਹੈ। MSP 3 ਫਸਲਾਂ ਤੇ ਉਹ ਪੰਜਾਬ ਸਰਕਾਰ ਦੇਣ ਜਾ ਰਹੀ ਹੈ ਤਾਂ ਉਸ ਤੇ ਭਰੋਸਾ ਹੋਣਾ ਚਾਹੀਦਾ। ਜੇ ਕੋਈ ਘਾਟਾ ਪਏਗਾ ਵੀ ਤਾਂ ਉਹ ਘਾਟਾ ਮਾਨ ਸਰਕਾਰ ਨਜਿੱਠਣ ਲਈ ਤਿਆਰ ਵੀ ਹੈ। ਤਾਂ ਇਹ ਜਿਹੜੀ ਇਸ ਤਰੀਕੇ ਦੀ ਬਿਆਨਬਾਜ਼ੀ ਹੁਣ ਤੱਕ ਗੁਰਜੋਤ ਚੱਲਦੀ ਆ ਰਹੀ ਹੈ, ਤਾਂ ਇਹ ਮੀਟਿੰਗ ਤੋਂ ਕਾਫੀ ਕੁਝ ਸਾਫ਼ ਹੋਏਗਾ। ਔਰ ਅਗਲੇ ਕਿਹਾ ਜਾ ਸਕਦਾ ਹੈ ਕਿ ਜਿਸ ਤਰੀਕੇ ਦੀਆਂ ਮੰਗਾਂ ਨੇ ਜਾਂ ਜੋ ਇੱਕ ਅਬਾਲ ਕਿਸਾਨਾਂ ਦੇ ਮਨ 'ਚ ਹੈਗਾ ਹੈ, ਤਾਂ ਅਗਲੇ 40 ਤੋਂ 50 ਮਿੰਟ ਮੀਟਿੰਗ ਜਿਹੜੀ ਹੈ ਉਹ ਚੱਲ ਸਕਦੀ ਹੈ, ਕਿਉਂਕਿ ਜੇਕਰ ਰਜ਼ਾਮੰਦ ਨਹੀਂ ਹੋਈ ਸਰਕਾਰ ਤਾਂ ਕਿਸਾਨ ਲਾਜ਼ਮੀ ਤੌਰ ਤੇ ਪਹਿਲੀਆਂ 2 ਮੰਗਾਂ 'ਚ ਉੱਠ ਕੇ ਬਾਹਰ ਆਉਣ ਦਾ ਫੈਸਲਾ ਵੀ ਕਰ ਸਕਦੇ ਆ। ਕਿਉਂਕਿ ਇਹੀ ਜ਼ਿਕਰ ਆਪਾਂ ਕਰ ਰਹੇ ਹਾਂ ਕਿ ਕਿਸਾਨ ਆਗੂਆਂ ਦਾ ਕਹਿਣਾ ਹੈ, ਉਹ ਪਹਿਲਾਂ ਹੀ ਕਹਿ ਕੇ ਤੁਰੇ ਨੇ ਕਿ ਸਾਨੂੰ ਨਹੀਂ ਲੱਗਦਾ ਕਿ ਅੱਜ ਦੀ ਮੀਟਿੰਗ 'ਚ ਕੁਝ ਹੋਏਗਾ, ਕੁਝ ਫੈਸਲਾ ਹੋਏਗਾ। ਯਾਨੀ ਕਿ ਉਹਨਾਂ ਨੂੰ ਪਹਿਲਾਂ ਹੀ ਲੱਗਦਾ ਕਿ ਇਹ ਮੰਗਾਂ ਇੰਨੀਆਂ ਨੇ ਕਿ ਇਸ ਤੇ ਫੈਸਲਾ ਹੋਣਾ ਤਾਂ ਸੰਭਵ ਨਹੀਂ ਹੈ। ਸੁਭਾਵਿਕ ਤੌਰ ਤੇ ਧਰਨਾ ਅਲਟੀਮੇਟਲੀ ਜਾਰੀ ਰਹੇਗਾ। ਯਾਨੀ ਕਿ ਇਸ ਵੇਲੇ ਜੋ ਤਸਵੀਰ ਨਜ਼ਰ ਆ ਰਹੀ ਹੈ ਸਰਕਾਰ ਦੇ ਪੱਖੋਂ ਤਾਂ ਇੱਕ ਉਹਨਾਂ ਦੇ ਲਈ ਇੱਕ ਟੀਚਾ ਹੈਗਾ, ਇੱਕ ਚਿੰਤਾਜਨਕ ਤਸਵੀਰ ਹੈ। ਤਾਂ ਸੁਭਾਵਿਕ ਤੌਰ ਤੇ ਕੀ ਲੱਗਦਾ ਮੀਟਿੰਗ 'ਚ ਕਿੰਨੀ ਕੁ ਲੀਨੀਅੰਸੀ ਜਿਹੜੀ ਹੈ ਸਰਕਾਰ ਵਿਖਾ ਸਕਦੀ ਹੈ, ਔਰ ਦੂਸਰੇ ਪਾਸੇ ਕਿਸਾਨ ਕਿੰਨੇ ਕੁ ਤਲਖ ਹੋ ਸਕਦੇ ਨੇ, ਜਾਂ ਫਿਰ ਉਹਨਾਂ ਨੂੰ, ਕਿਉਂਕਿ ਇਸ ਵੇਲੇ ਪਲੜਾ ਭਾਰੀ ਹੈ, ਧਰਨਾ ਜਿਹੜਾ ਆਲਰੇਡੀ ਚੱਲ ਰਿਹਾ ਔਰ ਉਸ ਨੂੰ ਹੋਰ ਮਜ਼ਬੂਤ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਔਰ ਦੂਸਰੇ ਪਾਸੇ ਜਦੋਂ ਵਿਰੋਧੀ ਵੀ ਨਾਲ ਹੋਣ ਕਿਸਾਨਾਂ ਦੇ, ਉਹ ਵੀ ਕਹਿ ਰਹੇ ਨੇ ਕਿ ਹਾਂ ਠੀਕ ਹੈ ਕਿਸਾਨ ਆਪਣੀ ਤਰ੍ਹਾਂ ਤੇ। ਬਿਲਕੁਲ ਗੁਰਜੋਤ, ਉਹੀ ਸਰਕਾਰ ਤੇ ਜਿਹੜਾ ਹੈ ਉਹ ਪ੍ਰੈਸ਼ਰ ਬਣਿਆ ਹੋਇਆ ਹੈ, ਕਿਉਂਕਿ ਪਿਛਲੀ ਦਫਾ ਜਦੋਂ ਪਿਛਲਾ ਐਜੀਟੇਸ਼ਨ ਦਿੱਲੀ ਵਿਖੇ ਸੀਗਾ ਤਾਂ तमाम ਪੋਲੀਟੀਕਲ ਪਾਰਟੀਆਂ ਜਿਹੜੀਆਂ ਹੈ ਉਸ ਤਰੀਕੇ ਦੇ ਨਾਲ ਕਿਸਾਨਾਂ ਦੇ ਨਾਲ ਨਹੀਂ ਸੀਗੀਆਂ। ਪਰ ਇਸ ਵਾਰ ਇੱਕ ਤਾਂ ਮੇਜਰ ਪਾਰਟੀ ਜਿਹੜੀ BJP ਹੈ ਉਹ ਵੀ ਕਿਸਾਨਾਂ ਦੀ ਹਮਾਇਤ ਦੇ ਕੇ ਚੱਲ ਰਹੀ ਹੈ ਕਿਸਾਨਾਂ ਨੂੰ। ਔਰ ਇਹ ਵੱਡਾ ਪ੍ਰੈਸ਼ਰ ਪੰਜਾਬ ਸਰਕਾਰ ਤੇ ਹੈਗਾ ਹੈ ਕਿ ਜੋ ਪੋਲੀਟੀਕਲ ਪਾਰਟੀਆਂ ਦਾ ਸਾਥ ਕਿਸਾਨਾਂ ਨੂੰ ਮਿਲ ਰਿਹਾ ਹੈ। ਔਰ ਜਿਸ ਤਰੀਕੇ ਦੀ ਮੰਗਾਂ ਹੈ, ਕਿਉਂਕਿ ਚਰਚਾ ਜੋ ਕੀਤੀ ਜਾਣੀ ਹੈ ਤਾਂ ਮੰਗ ਪੱਤਰ ਦੇ ਅੰਦਰ ਜਿਹੜੀ 12ਵੀਂ ਮੰਗ ਹੈ ਕਿ ਜਿਹੜੀਆਂ ਨਹਿਰਾਂ ਜਾਂ ਸੂਇਆਂ ਦੇ ਲਿਫਟ ਪੰਪਾਂ ਨਾਲ ਪਾਣੀ ਚੁੱਕ ਕੇ ਸਿੰਚਾਈ ਕਰਨ ਦੀ ਮਜਬੂਰੀ ਹੈ, ਉਹਨਾਂ ਦੀ ਬਿਜਲੀ ਖਪਤ ਦੀ ਖਰਚਾ ਕਿਸਾਨਾਂ ਨੂੰ
ਕਿਸਾਨਾਂ ਨੂੰ ਨਾ ਪਾਇਆ ਜਾਵੇ, ਉਹਨਾਂ ਦਾ ਜਿਹੜਾ ਨਹਿਰਾਂ ਤੋਂ ਪਾਣੀ ਚੱਕ ਕੇ ਕਿਸਾਨਾਂ ਦੇ ਬਾਬਤ ਇਸਤੇਮਾਲ ਹੁੰਦਾ ਹੈ ਉਸ ਦਾ ਖਰਚਾ ਮੋਟਰਾਂ ਦਾ, ਬਿੱਲਾਂ ਦਾ, ਬਿਜਲੀ ਦਾ, ਉਹ ਕਿਸਾਨਾਂ ਨੂੰ ਨਾ ਪਾਇਆ ਜਾਵੇ। 12ਵੀਂ ਮੰਗ ਹੈ। ਤਾਂ ਇਸ ਤਰੀਕੇ ਦੇ ਜਿਹੜੇ ਟੈਕਨੀਕਲ ਫੈਸਲੇ ਨੇ ਗੁਰਜੋਤ, ਉਹ ਲੈਣੇ 'ਚ ਜ਼ਰੂਰ ਸਮੇਂ ਲੱਗਦਾ ਹੈ, ਚਾਹੇ ਪੰਜਾਬ ਸਰਕਾਰ ਦੇ ਅਧੀਨ ਹੀ ਕਿਉਂ ਨਾ ਹੋਵੇ। ਲੇਕਿਨ ਜੇ ਹੁਣ ਇਹੀ ਫੈਸਲਾ ਹੈ ਤਾਂ ਇਸ ਦੇ ਅੰਦਰ 3 ਵਿਭਾਗ ਇਨਕਲੂਡ ਹੋ ਜਾਂਦੇ ਨੇ, ਚਾਹੇ ਉਹ ਸਿੰਚਾਈ ਵਿਭਾਗ ਹੈ, ਚਾਹੇ ਬਿਜਲੀ ਵਿਭਾਗ ਹੈ, ਔਰ ਚਾਹੇ ਮੁੱਖ ਮੰਤਰੀ ਦਾ ਰਿਹਾ ਹੋਵੇ ਐਗਰੀਕਲਚਰ ਡਿਪਾਰਟਮੈਂਟ ਹੈ। ਤਾਂ ਤਿੰਨਾਂ ਦਾ ਕੰਸੈਂਟ ਬਣਨਾ ਕਿਤੇ ਨਾ ਕਿਤੇ ਲਾਜ਼ਮੀ ਹੈ। ਕੰਮ ਕਰੇਗੀ। ਤਸਵੀਰਾਂ ਲਗਾਤਾਰ ਅਸੀਂ ਦੇਖ ਰਹੇ ਹਾਂ, ਤੁਹਾਡੇ ਵਾਲੇ ਤੋਂ ਨਜ਼ਰ ਬਣਾ ਕੇ ਰੱਖਿਓ। ਅੰਦਾਜ਼ਨ ਤੁਸੀਂ ਦੱਸ ਰਹੇ ਹੋ 40 ਤੋਂ 50 ਮਿੰਟ ਮੀਟਿੰਗ ਚੱਲ ਸਕਦੀ ਹੈ, ਪਰ ਇਸ ਨੂੰ ਕਹਿਣਾ ਅਜੇ ਪੁਸ਼ਟੀ ਤੌਰ ਤੇ ਨਹੀਂ ਹੈਗਾ ਕਿਉਂਕਿ ਮੀਟਿੰਗ ਹੋਰ ਵੀ ਲੰਮਾ ਸਮਾਂ ਚੱਲ ਸਕਦੀ ਹੈ। ਵੇਖਿਆ ਕਿ ਕਿਵੇਂ ਦਿੱਲੀ ਦੇ ਵਿੱਚ ਸਰਕਾਰ ਦੇ ਨਾਲ ਮੀਟਿੰਗਾਂ ਲੰਮਾ ਸਮਾਂ ਵੀ ਚੱਲੀਆਂ ਤੇ 5 ਮਿੰਟਾਂ 'ਚ ਵੀ ਕਿਸਾਨ ਬਾਹਰ ਆਉਂਦੇ ਵੇਖੇ ਗਏ ਸੀ। ਦੂਸਰੇ ਪਾਸੇ ਨਪਿੰਦਰ ਬਰਾੜ ਨੇ ਸਾਡੇ ਨਾਲ। ਨਪਿੰਦਰ, ਕੀ ਕੁਝ ਤੁਹਾਡੇ ਹਵਾਲੇ ਤੋਂ ਤਸਵੀਰਾਂ ਨੇ ਇਸ ਤਰ੍ਹਾਂ ਦੀ, ਅਗਰ ਸਥਿਤੀ ਦੀ ਗੱਲ ਕੀਤੀ ਜਾਵੇ, ਅੱਜ ਦੀ ਇੱਕ ਵੱਡੇ ਮਸਲੇ ਦੀ ਗੱਲ ਕੀਤੀ ਜਾਵੇ, ਕੀ ਕੁਝ ਕਹੋਗੇ? ਦੇਖੋ, ਬਿਲਕੁਲ ਬੜਾ ਅਹਿਮ ਮਸਲਾ ਅੱਜ ਦੀ ਮੀਟਿੰਗ ਦੇ ਵਿੱਚ, ਕਿਉਂਕਿ ਅੱਜ ਧਰਨਾ ਇਹ ਖਤਮ ਕਰਨਾ ਜਾਂ ਫਿਰ ਕੰਟੀਨਿਊ ਕਰਨਾ, ਇਸ ਨੂੰ ਲੈ ਕੇ ਮੀਟਿੰਗ ਚੱਲ ਰਹੀ ਆ। ਤਾਂ ਬੜੀ ਮਹੱਤਵਪੂਰਨ ਮੀਟਿੰਗ ਹੈ ਔਰ ਮੀਟਿੰਗ ਵੀ ਉਹਨਾਂ ਹਾਲਾਤਾਂ ਦੇ ਵਿੱਚ ਜਦੋਂ ਪੰਜਾਬ ਦੇ ਕਿਸਾਨ ਪੰਜਾਬ ਸਰਕਾਰ ਦੇ ਸਾਹਮਣੇ ਆ ਕੇ ਖੜੇ ਹੋ ਗਏ ਨੇ, ਪੰਜਾਬ ਸਰਕਾਰ ਦੇ ਸਾਹਮਣੇ ਮੰਗਾਂ ਨੂੰ ਲੈ ਕੇ ਧਰਨਾ ਦੇਣਾ ਪੈ ਗਿਆ। ਦੇਖੋ, ਪਹਿਲਾਂ ਗੱਲ ਹੋਰ ਸੀ, ਸੈਂਟਰ ਦੇ ਨਾਲ ਰੌਲਾ ਚੱਲਿਆ, ਕੇਂਦਰੀ ਕਾਨੂੰਨਾਂ ਨੂੰ ਲੈ ਕੇ ਦਿੱਲੀ ਜਾ ਕੇ ਧਰਨਾ ਦਿੱਤਾ ਗਿਆ ਕਿਸਾਨਾਂ ਦੇ ਵੱਲੋਂ, ਪਰ ਹੁਣ ਹਾਲਾਤ ਬਦਲ ਗਏ ਨੇ। ਹੁਣ ਸੂਬਾ ਸਰਕਾਰ ਦੇ ਖਿਲਾਫ ਹੀ ਸੂਬੇ ਦੇ ਕਿਸਾਨ ਸੜਕ ਤੇ ਉਤਰੇ ਨੇ ਔਰ ਇੱਥੇ ਮੁਹਾਲੀ ਵਿੱਚ ਧਰਨਾ ਦਿੱਤਾ ਹੋਇਆ। ਹੁਣ ਸਭ ਦੀਆਂ ਨਜ਼ਰਾਂ ਜਿਹੜੀਆਂ ਨੇ ਉਸ ਮੀਟਿੰਗ ਤੇ ਟਿਕੀਆਂ ਹੋਈਆਂ ਨੇ, ਕਿਉਂਕਿ ਕੱਲ ਮੁੱਖ ਮੰਤਰੀ ਨੇ ਜਿਸ ਤਰ੍ਹਾਂ ਕਿਹਾ ਸੀ ਕਿ ਮੁਰਦਾਬਾਦ ਨਾਲ ਮੁਲਾਕਾਤ ਦਾ ਗੱਲ ਕਰਨੀ ਜਿਹੜੀ ਉਹ ਠੀਕ ਨਹੀਂ ਹੈ, ਔਰ ਦੂਜੇ ਪਾਸੇ ਕਿਸਾਨਾਂ ਨੇ ਕਿਹਾ ਸੀ ਕਿ ਤੁਸੀਂ ਮੁੱਖ ਮੰਤਰੀ ਹੋ ਤਾਂ ਕਰਕੇ ਮੁਰਦਾਬਾਦ ਦੇ ਤੁਹਾਡੇ ਦੇ ਨਾਅਰੇ ਲੱਗ ਰਹੇ ਨੇ। ਹੁਣ ਦੋਨਾਂ ਧਿਰਾਂ ਦੇ ਵਿੱਚ ਤਾਲਮੇਲ ਬਿਠਾਉਣਾ ਬੜਾ ਜ਼ਰੂਰੀ ਆ ਕਿ ਇੱਕ ਪਾਸੇ ਕਿਸਾਨਾਂ ਦੀਆਂ ਜਾਇਜ਼ ਮੰਗਾਂ ਨੂੰ ਲੈ ਕੇ ਚਰਚਾ ਹੋਵੇ, ਦੂਜੇ ਪਾਸੇ ਮੁੱਖ ਮੰਤਰੀ ਕਹਿ ਰਹੇ ਨੇ ਕਿ ਮੈਂ ਕਿਸਾਨਾਂ ਦੇ ਨਾਲ ਆ, ਮੈਂ ਖੁਦ ਕਿਸਾਨਾਂ ਦਾ ਪੁੱਤ ਹਾਂ, ਸਾਰੀਆਂ ਮੰਗਾਂ ਦੇ ਉੱਤੇ ਵਿਚਾਰ ਕੀਤੀ ਜਾ ਰਹੀ ਹੈ, ਕਿਵੇਂ ਕਿਸਾਨੀ ਦਾ ਭਲਾ ਹੋਵੇਗਾ ਉਹਨੂੰ ਲੈ ਕੇ ਮੈਂ ਆਲਰੇਡੀ ਕੰਮ ਕਰ ਰਿਹਾ। ਤਾਂ ਹੁਣ ਮੁੱਖ ਤੌਰ ਤੇ ਫੋਕਸ ਇਹ ਹੈ ਕਿ ਕੀ ਜਦੋਂ ਮੁੱਖ ਮੰਤਰੀ ਕਹਿੰਦੇ ਨੇ ਮੈਂ ਕਿਸਾਨ ਦਾ ਪੁੱਤ ਹਾਂ, ਇੱਕ ਪਾਸੇ ਦੂਜੇ ਪਾਸੇ ਕਿਸਾਨ ਨੇ, ਤਾਂ ਦੋਨਾਂ ਧਿਰਾਂ ਦੇ ਵਿੱਚ ਸਹਿਮਤੀ ਜਿਹੜੀ ਹੈ ਉਹ ਕਿਵੇਂ ਬਣੇਗੀ, ਕੀ ਦੋਨਾਂ ਧਿਰਾਂ ਦੇ ਵਿੱਚ ਮੁੱਦਿਆਂ ਨੂੰ ਲੈ ਕੇ ਸਹਿਮਤੀ ਬਣ ਸਕੇਗੀ, ਇਹ ਬੜਾ ਮਹੱਤਵਪੂਰਨ ਹੈ। ਔਰ ਕਿਤੇ ਜਿਸ ਤਰ੍ਹਾਂ ਅਸੀਂ ਦਿੱਲੀ ਦੇ ਵਿੱਚ ਦੇਖਿਆ ਕਿ ਕਈ ਵਾਰ ਗੱਲਬਾਤ ਚਲਦੀ ਟੁੱਟ ਜਾਂਦੀ ਸੀ, ਕਿਤੇ ਐਸਾ ਨਾ ਹੋਵੇ ਕਿ ਦੋਨਾਂ ਧਿਰਾਂ ਦੇ ਵਿੱਚ ਗੱਲਬਾਤ ਟੁੱਟ ਜਾਵੇ, ਕਿਉਂਕਿ ਅੱਗੇ ਅਸੀਂ ਕੱਲ ਵੀ ਜ਼ਿਕਰ ਕਰ ਰਹੇ ਸੀ ਕਿ ਕਿਸੇ ਵੀ ਮੁੱਦੇ ਤੇ ਜਦੋਂ ਗੱਲਬਾਤ ਚਲਦੀ ਟੁੱਟ ਜਾਂਦੀ ਹੈ ਤਾਂ ਉਹ ਬੜਾ ਕਿਤੇ ਨਾ ਕਿਤੇ ਚਿੰਤਾ ਵਾਲਾ ਕੰਮ ਬਣ ਜਾਂਦਾ। ਜਿਸ ਤਰ੍ਹਾਂ ਦਿੱਲੀ ਦੇ ਵਿੱਚ ਦੇਖਿਆ ਸੀ ਕਿ ਸਾਲ ਦੇ ਕਰੀਬ ਜਦੋਂ ਧਰਨਾ ਚੱਲਿਆ ਤਾਂ ਉਹਦਾ ਕਾਰਨ ਕੀ ਸੀ? ਕਾਰਨ ਇਹ ਸੀ ਕਿ ਗੱਲਬਾਤ ਟੁੱਟ ਗਈ ਸੀ। ਇੱਕ ਵੇਲੇ ਗੱਲਬਾਤ ਪੋਜ਼ਿਟਿਵਿਟੀ ਦੇ ਨਾਲ ਚੱਲ ਰਹੀ ਸੀ, ਬਟ ਬਾਅਦ ਦੇ ਵਿੱਚ ਜਦੋਂ ਹੀ ਗੱਲਬਾਤ ਟੁੱਟੀ ਤਾਂ ਲੰਬਾ ਧਰਨਾ ਚੱਲਿਆ। ਇਸ ਕਰਕੇ ਅੱਜ ਦੀ ਗੱਲਬਾਤ ਆ ਜਿਹੜੀ ਉਹ ਪੋਜ਼ਿਟਿਵਿਟੀ ਦੇ ਨਾਲ ਪੋਜ਼ਿਟਿਵ ਹਾਲਾਤਾਂ ਦੇ ਵਿੱਚ ਜਿਹੜੀ ਹੁੰਦੀ ਦੇਖੀ ਜਾ ਰਹੀ ਹੈ ਔਰ ਇਹਦਾ ਨਤੀਜਾ ਵੀ ਪੋਜ਼ਿਟਿਵ ਨਿਕਲੇ, ਤਾਂ ਕਿ ਇਹ ਧਰਨਾ ਜਿਹੜਾ ਅਗਰ ਅੱਜ ਸਮਾਪਤ ਹੋ ਜਾਂਦਾ ਤਾਂ ਠੀਕ ਹੈ, ਅਗਰ ਅੱਜ ਕਿਤੇ ਧਰਨਾ ਸਮਾਪਤ ਨਹੀਂ ਹੁੰਦਾ ਤਾਂ ਫਿਰ ਕਿਤੇ ਨਾ ਕਿਤੇ ਦੋਨਾਂ ਧਿਰਾਂ ਦੇ ਵਿੱਚ ਜਿਹੜੀ ਹੈ ਟਸਲਾ ਉਹ ਵੱਧ ਸਕਦੀ ਹੈ, ਤਕਰਾਰ ਵੱਧ ਸਕਦੀ ਹੈ। ਫਿਰ ਜਿਵੇਂ ਕੱਲ ਜਗਜੀਤ ਸਿੰਘ ਡੱਲੇਵਾਲੀ ਕਹਿੰਦੇ ਸੀ, ਪੰਜਾਬੀ ਦੀ ਕਹਾਵਤ ਹੈ, ਜਿਉਂ-ਜਿਉਂ ਭਿੱਜੇ ਕੰਬਲੀ ਤਿਉਂ-ਤਿਉਂ ਭਾਰੀ ਹੋਏ, ਯਾਨੀ ਜਿੰਨਾ ਸਮਾਂ ਪਏਗਾ ਫਿਰ ਉਨਾ ਮਸਲਾ ਗੰਭੀਰ ਹੋ ਜਾਂਦਾ। ਤੁਸੀਂ ਕਿਤੇ ਵੀ ਦੇਖ ਲਓ, ਤੁਸੀਂ ਪਰਿਵਾਰ ਦੇ ਵਿੱਚ ਦੇਖ ਲਓ, ਦੇਖੋ ਗੁੱਸਾ ਗਿਲਾ ਹੁੰਦਾ ਤੇ ਜੇ ਉਹ ਗੁੱਸਾ ਗਿਲਾ ਕਿਤੇ ਨਾ ਕਿਤੇ ਜ਼ਿਆਦਾ ਲੰਬਾ ਚੱਲ ਜੇ ਤਾਂ ਫਿਰ ਦਰਾਰ ਪੈ ਜਾਂਦੀ ਆ। ਉਹ ਦਰਾਰ ਆ ਜਿਹੜੀ ਪੰਜਾਬ ਦੇ ਕਿਸਾਨਾਂ ਤੇ ਪੰਜਾਬ ਦੀ ਸਰਕਾਰ ਦੇ ਵਿੱਚ ਨਹੀਂ ਹੋਣੀ ਚਾਹੀਦੀ। ਦੋਨਾਂ ਧਿਰਾਂ ਦੇ ਵਿੱਚ ਗੱਲਬਾਤ ਹੈ ਜਿਹੜੀ ਉਹ ਕੰਟੀਨਿਊ ਪੋਜ਼ਿਟਿਵਿਟੀ ਦੇ ਨਾਲ ਹੋਣੀ ਚਾਹੀਦੀ ਆ। ਔਰ ਅੱਜ ਦੇਖਦੇ ਆ ਕਿ ਜਦੋਂ ਮੁੱਖ ਮੰਤਰੀ ਨੇ ਕਹਿਤਾ ਕਿ ਮੈਂ ਕਿਸਾਨੀ ਮਸਲੇ ਤੇ ਬੜਾ ਗੰਭੀਰ ਆ ਤੇ ਦੂਜੇ ਪਾਸੇ ਕਿਸਾਨ ਕਹਿੰਦੇ ਨੇ ਸਾਡੀਆਂ ਮੁੱਖ ਜਿਹੜੀਆਂ ਮਹੱਤਵਪੂਰਨ ਮੰਗਾਂ ਨੇ, ਸਾਡੀਆਂ ਕਿਸਾਨੀ ਦੇ ਲਈ ਮੰਗਾਂ ਨੇ, ਤਾਂ ਫਿਰ ਜੇ ਦੋਨਾਂ ਧਿਰਾਂ ਦੀ ਗੱਲ ਕਹਿਣ ਦਾ ਭਾਵ ਇੱਕ ਹੈ ਤਾਂ ਫਿਰ ਦੋਨਾਂ ਧਿਰਾਂ ਦੇ ਵਿੱਚ ਤਕਰਾਰ ਜਾਂ ਫਿਰ ਫਾਸਲਾ ਕਿਉਂ ਆ? ਉਹ ਫਾਸਲਾ ਦੂਰ ਕਰਨ ਦੇ ਲਈ ਹੁਣ ਦੇਖਦੇ ਆ ਕਿ ਕਿਸਾਨ ਇੱਥੇ ਕੁਝ ਕਿਸਾਨ ਵੀ ਬੈਠੇ ਨੇ, ਕਿਸਾਨਾਂ ਦੇ ਨਾਲ ਗੱਲਬਾਤ ਕਰਕੇ ਕੋਸ਼ਿਸ਼ ਕਰਦੇ। ਦੇਖੋ ਬਜ਼ੁਰਗ ਕਿਸਾਨ ਬੈਠੇ ਨੇ, ਇਹ ਦਿੱਲੀ ਵੀ ਮੈਨੂੰ ਲੱਗਦਾ ਹੈ ਕਿ ਉਸ ਟਾਈਮ ਗਏ ਹੋਣੇ ਆ। ਹੁਣ ਇੱਥੇ ਪਹਿਲਾਂ ਦਿੱਲੀ ਦੀਆਂ ਸੜਕਾਂ ਤੇ ਬੈਠੇ ਰਹੇ, ਸਿੰਘੂ ਔਰ ਟਿਕਰੀ ਬਾਰਡਰ ਤੇ, ਹੁਣ ਇਹ ਆ ਕੇ ਆਪਣੇ ਪੰਜਾਬ ਦੇ ਵਿੱਚ ਮੁਹਾਲੀ ਸ਼ਹਿਰ ਦੇ ਵਿੱਚ ਚੰਡੀਗੜ੍ਹ ਬੈਰੀਅਰ ਦੀਆਂ ਸੜਕਾਂ ਤੇ ਬੈਠੇ ਨਜ਼ਰ ਆ ਰਹੇ ਨੇ। ਬਜ਼ੁਰਗ ਕਿਸਾਨ ਸਾਡੇ ਨਾਲ ਨੇ, ਇੱਧਰ ਕਰ ਲੈਣੇ ਬਜ਼ੁਰਗ ਤੁਸੀਂ ਦਿੱਲੀ ਵੀ ਗਏ ਸੀ? ਹਾਂਜੀ, ਦਿੱਲੀ ਗਏ। ਹੁਣ ਇੱਥੇ ਆ ਕੇ ਤੁਹਾਨੂੰ ਲੱਗਦਾ ਹੈ ਕਿ ਕਿਤੇ ਦਿੱਲੀ ਵਾਂਗੂ ਕਿਤੇ ਧਰਨਾ ਲੰਬਾ ਨਾ ਚੱਲ ਜੇ? ਔਰ ਦੇਖੋ ਉੱਥੇ ਬੇਸ਼ੱਕ ਧਰਨਾ ਜਿਹੜਾ ਹੈਗਾ ਦਿੱਲੀ ਸਰਕਾਰ ਦੇ ਖਿਲਾਫ ਸੀ, ਪਰ ਇੱਥੇ ਤਾਂ ਆਪਣੇ ਹੀ ਕਿਸਾਨ, ਆਪਣੇ ਲੋਕ ਤੇ ਮੁੱਖ ਮੰਤਰੀ ਵੀ ਆਪਣਾ ਹੀ, ਉਹ ਵੀ ਕਿਸਾਨ ਪਰਿਵਾਰ ਦੇ ਵਿੱਚੋਂ। ਹਾਂਜੀ, ਫਿਰ ਸਾਡਾ ਤਾਂ ਲੰਮਾ ਹੀ ਆ ਕੰਮ, ਜੇ ਮੰਨਣਗੇ ਨਹੀਂ, ਅਸੀਂ ਤਾਂ ਸਾਰਾ ਰਾਸ਼ਨ ਪਾਣੀ ਮਹੀਨੇ ਦਾ 2-2 ਮਹੀਨੇ ਦਾ ਲੈ ਕੇ ਆਵਾਂਗੇ, ਅਸੀਂ ਨਹੀਂ ਇੱਥੋਂ ਹੱਲਣਾ।
ਇਹ ਜਿਹੜਾ ਰਾਸ਼ਨ ਪਾਣੀ ਵਾਲਾ ਜੋ ਤੁਸੀਂ ਸੁਨੇਹਾ ਦਿੰਦੇ ਆ ਨਾ ਉਹ ਕਿਤੇ ਨਾ ਕਿਤੇ ਪਹਿਲਾਂ ਜਦੋਂ ਪਿਛਲੀ ਵਾਰੀ ਦਿੱਤਾ ਸੀ ਤਾਂ ਉਦੋਂ ਲੋਕਾਂ ਨੂੰ ਲੱਗਦਾ ਸੀ ਕਿ ਕਿਤੇ ਉਹੀ ਤਾਂ ਨਹੀਂ ਕਹੀ ਜਾਂਦੇ ਤੇ ਉਹ ਤੁਹਾਡਾ 6-6 ਮਹੀਨੇ ਵਾਲਾ ਰਾਸ਼ਨ ਸਾਲ ਤੋਂ ਬਾਅਦ ਟੱਪ ਗਿਆ ਸੀ। ਇਸ ਕਰਕੇ ਹੁਣ ਇਹੋ ਜਿਹੀਆਂ ਗੱਲਾਂ ਨਾ ਕਰੋ ਤਾਂ ਕਿ ਪੋਜ਼ਿਟਿਵਿਟੀ ਦੇ ਨਾਲ ਮਸਲਾ ਅੱਜ ਹੀ ਹੱਲ ਹੋ ਜੇ ਤੇ ਗੱਲ ਨਿਬੜਦੀ ਹੋ ਜੇ। ਉਹ ਸ਼ੁਕਰ ਹੈ ਜੇ ਅੱਜ ਇਹ ਹੋ ਜੇ ਤਾਂ ਅਸੀਂ ਬਹੁਤ ਖੁਸ਼ ਹਾਂਗੇ, ਅਸੀਂ ਬਹੁਤ ਖੁਸ਼ ਹਾਂਗੇ। ਅੱਜ ਹੋ ਜੇ ਅਸੀਂ ਕਿਹੜਾ ਵਿਹਲੇ ਆਂਗੇ, ਕਿਸਾਨੀ ਦਾ ਉਵੇਂ ਹੀ ਰੁਲ ਰਹੀ ਹੈ। ਇੱਥੇ ਕੱਲੇ ਕੱਲੇ ਘਰ ਦੇ ਬੰਦੇ ਸਾਰੇ ਬੈਠੇ ਨੇਗੇ। ਮੁੱਖ ਮੰਤਰੀ ਦੇ ਨਾਲ ਤੁਹਾਨੂੰ ਲੱਗਦਾ ਹੈ ਕਿ ਗੱਲਬਾਤ ਦੇ ਵਿੱਚੋਂ ਕੋਈ ਚੰਗੇ ਨਤੀਜੇ ਸਾਹਮਣੇ ਆ ਸਕਦੇ ਨੇ? ਕਿਉਂਕਿ ਜਿਵੇਂ ਕੱਲ ਮੁੱਖ ਮੰਤਰੀ ਦਾ ਬਿਆਨ ਸੀ, ਬੇਸ਼ੱਕ ਉਹ ਇੱਕ ਗੱਲੋਂ ਖਫਾ ਜ਼ਰੂਰ ਨਜ਼ਰ ਆਏ ਕਿ ਭਾਈ ਅਜੇ ਸਮਾਂ ਮੈਨੂੰ ਥੋੜਾ ਹੋਇਆ, ਮੈਨੂੰ ਘੱਟੋ ਘੱਟ ਮੇਰੇ ਤੇ ਯਕੀਨ ਤਾਂ ਕਰਦੇ, ਮੇਰੇ ਨਾਲ ਮੀਟਿੰਗਾਂ ਕਰ ਰਹੇ ਸੀ, ਇੱਕੇ ਦਮ ਆ ਕੇ ਧਰਨਾ ਦੇ ਦਿੱਤਾ ਗਿਆ। ਕਿਤੇ ਨਾ ਕਿਤੇ ਉਹਨਾਂ ਦੇ ਮਨ ਦੇ ਵਿੱਚ ਵੀ ਨਾਰਾਜ਼ਗੀ, ਪਰਿਵਾਰ ਦੇ ਵਿੱਚ ਵੀ ਐਂ ਕਈ ਵਾਰੀ ਸਾਹਮਣੇ ਆ ਜਾਂਦੀ ਹੈ। ਤਾਂ ਆਂਦੇ ਮੈਨੂੰ ਸਮਾਂ ਦੇਣਾ ਚਾਹੀਦਾ ਸੀ। ਤੁਹਾਨੂੰ ਲੱਗਦਾ ਹੈ ਕਿ ਭਗਵੰਤ ਮਾਨ ਜਿਹੜਾ ਆਮ ਪਰਿਵਾਰ ਦਾ, ਕਿਸਾਨ ਪਰਿਵਾਰ ਦੇ ਵਿੱਚੋਂ ਉੱਠਿਆ ਹੋਇਆ ਮੁੰਡਾ ਮੁੱਖ ਮੰਤਰੀ ਬਣਿਆ, ਤੁਹਾਨੂੰ ਉਮੀਦ ਹੈ ਉਹਦੇ ਤੋਂ? ਸਾਨੂੰ ਜੀ ਉਮੀਦ ਹੈ ਪੂਰੀ ਭਗਵੰਤ ਮਾਨ ਤੇ ਵੀ ਸਾਡਾ ਜ਼ਿਮੀਂਦਾਰਾਂ ਦਾ ਇਹ ਹੱਲ ਕਰੂਗਾ। ਇਹਨੂੰ ਟਾਈਮ ਬਹੁਤ ਘੱਟ ਹੋਇਆ, ਅਸੀਂ ਲੋਕ ਵੀ ਬਹੁਤ ਕਾਹਲ ਕਰ ਰਹੇ ਹਾਂ, ਇਹ ਗੱਲ ਨਹੀਂ ਹੈਗੀ। ਉਹ ਤਾਂ ਇਹ ਗੱਲ ਕਹਿੰਦਾ ਵੀ ਮੈਨੂੰ ਕੁਝ ਸਮਾਂ ਦਿਓ, ਤੁਸੀਂ ਦੇਖੋ ਤਾਂ ਸਹੀ ਕੀ ਬਣਦਾ ਵੀ। ਐਂ ਗੱਲਾਂ ਨੇ ਵੀ ਰਲ ਮਿਲ ਕੇ ਇਹ ਟਾਈਮ ਲੰਘਾਈਏ ਤਾਂ ਠੀਕ ਹੈ। ਤਾਂ ਬਿਲਕੁਲ ਤੁਸੀਂ ਬੜੀ ਸਹੀ ਗੱਲ ਕੀਤੀ ਹੈ ਕਿ ਵਾਕਈ ਸਮਾਂ ਥੋੜਾ ਹੋਇਆ, ਪਰ ਕੱਲ ਜਗਜੀਤ ਸਿੰਘ ਡੱਲੇਵਾਲ ਵੀ ਕਹਿ ਰਹੇ ਸੀ ਕਿ ਹਾਲਾਤ ਹੀ ਐਸੇ ਨੇ, ਕਹਿੰਦੇ ਕਿ ਸਾਨੂੰ ਮਜਬੂਰੀ ਵਸ ਆਉਣਾ ਪਿਆ। ਪਰ ਕਿਸਾਨ ਇਸ ਗੱਲ ਨੂੰ ਬੜੀ ਭਲੀ ਭਾਂਤ ਸਮਝਦੇ ਨੇ ਕਿ ਭਾਈ ਅਜੇ ਸਮਾਂ ਥੋੜਾ ਹੋਇਆ, ਸਰਕਾਰ ਨਵੀਂ ਆ ਔਰ ਉਹਦੇ ਤੇ ਉਮੀਦ ਬੜੀ ਆ। ਅਸਲ ਦੇ ਵਿੱਚ ਰੋਸਾ ਵੀ ਉਸੇ ਤੇ ਹੁੰਦਾ ਜਿਹਦੇ ਤੋਂ ਆਸਾਂ ਉਮੀਦਾਂ ਹੋਣ। ਬੜੀਆਂ ਆਸਾਂ ਉਮੀਦਾਂ ਦੇ ਨਾਲ ਜਦੋਂ 92 ਸੀਟਾਂ ਦੇ ਕੇ ਸਰਕਾਰ ਬਣਾਈ ਹੋਵੇ ਤਾਂ ਆਸਾਂ ਉਮੀਦਾਂ ਵੱਧ ਜਾਂਦੀਆਂ ਨੇ ਕਿਤੇ ਨਾ ਕਿਤੇ।